ਧੰਨ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਗੁਆਰੇਰੀ ਮਹਲਾ ਪੰਜਵਾਂ। ਹਮ ਤਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਹਮ ਤਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਰਹਾਉ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੁਲ। ਖਾਵੇ ਖਰਚੈ ਰਲ ਮਿਲ ਪਾਈ, ਟੂਟ ਨ ਆਵੇ ਵਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਈ ਏਤ ਖਜ਼ਾਨੈ ਲਿਆ ਰਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਗੁਰੂ ਸਵਾਰਿਓ, ਆਓ ਰਲ ਮਿਲ ਕੇ ਅੱਜ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਬਾਰੇ ਕੁਝ ਕੁ ਵਿਚਾਰਾਂ ਸਾਂਝੀਆਂ ਕਰਨ ਦਾ ਯਤਨ ਕਰਾਂਗੇ, ਕਿਉਂਕਿ ਅੱਜ ਉਹਨਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਜਦੋਂ ਮੈਂ ਪਿਛਲੇ ਦਿਨੀ ਸਕੂਲਾਂ ਵਿੱਚ ਕਲਾਸਾਂ ਲਗਾ ਰਿਹਾ ਸਾਂ ਤੇ ਬੱਚਿਆਂ ਨੂੰ ਮੈਂ ਦੱਸ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਈਸਵੀ ਨੂੰ ਹੋਇਆ। ਤੇ ਬੱਚੇ ਕਹਿਣ ਲੱਗੇ ਕਿ ਅਸੀਂ ਹਜੇ ਥੋੜੇ ਦਿਨ ਪਹਿਲਾਂ 28 ਅਗਸਤ ਨੂੰ ਮਨਾ ਕੇ ਹਟੇ ਹਾਂ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਲੰਘ ਗਿਆ ਹੈ। ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦਾ ਪ੍ਰਕਾਸ਼ ਦਿਹਾੜਾ 1 ਸਤੰਬਰ ਨੂੰ ਹੈ। ਤੇ ਜਦੋਂ ਬੱਚਿਆਂ ਨੂੰ ਪੁੱਛਿਆ ਵੀ ਅਗਲੇ ਸਾਲ ਇਹੀ ਰਹਿਣਾ ਹੈ, ਤਾਂ ਕਹਿੰਦੇ ਨਹੀਂ, ਅਸੀਂ ਵੀ ਜਾਣਦੇ ਹਾਂ ਜਿਹੜੀਆਂ ਡੇਟਾਂ ਅੱਜ ਅਸੀਂ ਮਨਾ ਰਹੇ ਹਾਂ ਇਹ ਹਰ ਸਾਲ ਚੇਂਜ ਹੋ ਕੇ ਆਉਂਦੀਆਂ ਨੇ। ਜਦੋਂ ਬੱਚੇ ਪੁੱਛਦੇ ਨੇ ਵੀ ਪੱਕੀ ਡੇਟ ਕਿਹੜੀ ਹੈ, ਵੀ ਹਰ ਸਾਲ ਚੇਂਜ ਕਿਉਂ ਹੁੰਦਾ, ਤੁਸੀਂ ਵੇਖੋ ਜਦੋਂ ਅਸੀਂ ਥੋੜੀ ਜਿਹੀ ਇਸ ਬਾਰੇ ਝਾਤ ਮਾਰੀਏ ਕਿ ਸਾਡੇ ਜਨਮ ਦਿਨ ਇਹ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਵੀ ਕੋਈ ਡੇਟ ਚੇਂਜ ਹੋ ਕੇ ਆਏਗੀ। ਜਿਹੜੀ ਡੇਟ ਇਸ ਸਾਲ ਆ ਅਗਲੇ ਸਾਲ ਵੀ ਉਹੀ ਰਹਿਣੀ ਹੈ। ਪਰ ਵੇਖੋ ਤੁਸੀਂ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜੇ, ਪ੍ਰਕਾਸ਼ ਦਿਹਾੜੇ ਹਰੇਕ ਸਾਲ ਚੇਂਜ ਹੋ ਕੇ ਆਉਂਦੇ ਨੇ, ਪਰ ਜਿਹੜੇ ਇਹਨਾਂ ਦੇ ਆਪਣੇ ਦਿਨ ਨੇ ਉਹ ਕਦੇ ਚੇਂਜ ਨਹੀਂ ਹੁੰਦੇ। ਸਿਰਫ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ, ਸ਼ਹੀਦੀ ਦਿਹਾੜੇ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਦਿਨ ਨੇ ਉਹ ਹਰ ਸਾਲ ਚੇਂਜ ਹੋ ਕੇ ਆਉਂਦੇ ਨੇ। ਇਹਦੇ ਨਾਲ ਇੱਦਾਂ ਹੁੰਦਾ ਸਾਡੇ ਸਮਾਜ ਵਿੱਚ ਸਾਨੂੰ ਪੱਕੀ ਡੇਟ ਨਹੀਂ ਆਪਣੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਦੀ ਪਤਾ। ਇਹਦਾ ਮਤਲਬ ਇਹੀ ਹੋਏਗਾ ਨਾ 1 ਸਤੰਬਰ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਹੋਇਆ,
ਆਪਾਂ ਆਓ ਥੋੜਾ ਜਿਹਾ ਇਸ ਬਾਬਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਜੋ ਗੁਰਬਾਣੀ ਦਰਜ ਹੈ ਉਹਦੀ ਤਰਤੀਬ ਬਾਰੇ, ਕਿਹੜੇ ਮਹਾਂਪੁਰਖਾਂ ਦੀ ਗੁਰਬਾਣੀ ਦਰਜ ਹੈ ਜਾਂ ਉਹਨਾਂ ਦਾ ਉਪਦੇਸ਼ ਕੀ ਸੀ, ਗੁਰੂ ਅਰਜਨ ਪਾਤਸ਼ਾਹ ਦਾ ਆਦਿ ਗ੍ਰੰਥ ਦਾ ਜਿਹੜਾ ਪਹਿਲਾ ਪ੍ਰਕਾਸ਼ ਕਰਨਾ, ਸੰਪਾਦਨਾ ਕਰਨਾ, ਇਹਦੇ ਪਿੱਛੇ ਕਾਰਨ ਕੀ ਰਹੇ ਨੇ, ਆਪਾਂ ਥੋੜੀ ਜਿਹੀ ਪੰਛੀ ਝਾਤ ਜਿਹੜੀ ਕੋਸ਼ਿਸ਼ ਕਰਾਂਗਾ ਮੈਂ ਆਪਣੇ ਜੋ ਬੁੱਧੀ ਮੁਤਾਬਕ ਤੁਹਾਡੇ ਨਾਲ ਜੋ ਸਾਂਝੀ ਕਰ ਸਕਾਂ। ਜਦੋਂ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੀ ਨੀਂਹ ਰੱਖੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਦੂਰ ਦੁਰਾਡੇ ਜਾ ਕੇ ਧਰਮ ਦਾ ਪ੍ਰਚਾਰ ਕੀਤਾ, ਉਸ ਤਪਦੀ ਹੋਈ ਲੋਹ ਦੇ ਵਿੱਚ ਪ੍ਰਿਥਵੀ ਜਿਹੜੀ ਮੱਚ ਰਹੀ ਸੀ, ਜਿਹੜੀ ਸੜ ਬਲ ਰਹੀ ਸੀ, ਉਹਨਾਂ ਸਾਰਿਆਂ ਲੋਕਾਂ ਨੂੰ ਜਾ ਕੇ ਸਮਝਾਇਆ ਪਾਤਸ਼ਾਹ ਨੇ। ਉਹਨਾਂ ਦੀ ਉਸ ਲੱਗੀ ਹੋਈ ਅਗਨ ਨੂੰ ਬੁਝਾਉਣ ਦਾ ਯਤਨ ਕੀਤਾ। ਦੂਰ ਦੁਰਾਡੇ ਜਾਂਦਿਆਂ ਹੋਇਆਂ ਵੇਖਿਆ, ਜਦੋਂ ਜਿਹੜਾ ਧਰਮ ਦਾ ਪ੍ਰਚਾਰ ਕਰਨ ਵਾਸਤੇ ਗਏ ਨੇ, ਉੱਥੇ ਚੰਗੀਆਂ ਵਿਚਾਰਾਂ ਵੇਖੀਆਂ, ਜਦੋਂ ਭਗਤ ਸਾਹਿਬਾਨਾਂ ਦੀਆਂ ਜਿਹੜੀਆਂ ਡੰਕੇ ਤੇ ਚੋਟ ਦੇ ਨਾਲ ਸੱਚ ਦਾ ਪ੍ਰਚਾਰ ਕਰ ਰਹੀਆਂ ਸਨ, ਤੇ ਉਹਨਾਂ ਨੇ ਵੇਖਿਆ ਵੀ ਇਹ ਜਿਹੜਾ ਇੰਨੀ ਸੋਹਣੀ ਸਿੱਖਿਆ, ਇਹਨੂੰ ਦਰਜ ਕਰਕੇ ਇਹ ਸਿੱਖਿਆ ਹੋਰ ਵੀ ਜਿਹੜੇ ਸਤ ਸੰਗੀ ਨੇ, ਜਿਹੜੇ ਪਿਆਰੇ, ਜਿਹੜੇ ਸਮਝਣਾ ਚਾਹੁੰਦੇ ਨੇ, ਉਹ ਸਿੱਖਿਆ ਲੈ ਕੇ ਆਪਣੇ ਜੀਵਨ 'ਚ ਧਾਰਨ ਕਰਕੇ ਆਪਣੇ ਜੀਵਨ ਦੇ ਕਿਰਦਾਰ ਨੂੰ ਉੱਚਾ ਕਰ ਸਕਦੇ ਨੇ। ਇਸ ਭਾਵਨਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਗਏ, ਤੇ ਉਹ ਜਿਹੜੇ ਜਿੱਥੇ ਵੀ ਜਾਂਦੇ ਨੇ 15 ਭਗਤ ਸਾਹਿਬਾਨਾਂ ਦੀ ਗੁਰਬਾਣੀ ਗੁਰੂ ਨਾਨਕ ਸਾਹਿਬ ਇਕੱਤਰ ਕਰਕੇ ਲੈ ਕੇ ਆਉਂਦੇ ਨੇ। ਉਹ ਬਾਣੀ ਇਕੱਤਰ ਕਰਕੇ ਲੈ ਕੇ ਆਏ, ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਵੀ ਗੁਰਬਾਣੀ ਰਚੀ। ਭਾਈ ਮਰਦਾਨਾ ਜੀ ਨਾਲ ਨੇ, ਨਾਲ ਉਹ ਗਾਉਂਦੇ ਨੇ, ਗੁਰਬਾਣੀ ਦੇ ਰਾਹੀਂ ਲੋਕਾਂ ਨੂੰ ਸੁਚੇਤ ਕਰਦੇ ਨੇ, ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਦੇ ਨੇ। ਤੇ ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਆਪਣੇ ਤੋਂ ਬਾਅਦ ਅਗਲੀ ਜਿਹੜੀ ਗੁਰਗੱਦੀ ਦੇਖਦੇ ਨੇ ਵੀ ਕਿਹਨਾਂ ਨੂੰ ਚੁਣਨੀ ਹੈ, ਕਿਹਨਾਂ ਨੂੰ ਦੇਣੀ ਹੈ, ਉਹਦੇ ਵਿੱਚ ਭਾਈ ਲਹਿਣਾ ਜੀ ਜਿਹੜੇ ਖਰੇ ਉਤਰਦੇ ਹਨ। ਪ੍ਰੀਖਿਆਵਾਂ ਹੁੰਦੀਆਂ ਨੇ, ਜਦੋਂ ਗੁਰਗੱਦੀ ਦਿੱਤੀ ਜਾਂਦੀ ਹੈ ਤੇ ਬਾਣੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਆਪਣੀ ਰਚੀ ਹੋਈ, ਤੇ ਜਿਹੜੀ ਇਕੱਤਰ ਕਰਕੇ ਲੈ ਕੇ ਆਏ ਨੇ ਉਹ ਵੀ ਬਾਣੀ ਨਾਲ ਜਿਹੜੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਬਾਣੀ ਰਚਦੇ ਨੇ, ਉਹਨਾਂ ਦੇ ਸਿਰਫ 63 ਸ਼ਲੋਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੰਦਰ ਦਰਜ ਨੇ, ਉਹ ਲਿਖੇ ਗਏ। ਤੇ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਗੱਦੀ ਦਿੱਤੀ, ਤੇ ਨਾਲ ਇਹ ਬਾਣੀ ਦਾ ਖਜ਼ਾਨਾ ਵੀ ਦਿੱਤਾ। ਹੁਣ ਬਾਣੀ ਦਾ ਖਜ਼ਾਨਾ ਨਾਲ ਆ ਰਿਹਾ, ਤੇ ਲੋੜ ਕਿਉਂ ਪੈ ਰਹੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਇੱਕ ਸਰੂਪ ਕਰਨਾ, ਕਿਉਂਕਿ ਉਸ ਵਕਤ ਗੁਰੂ ਨਾਨਕ ਦੇ ਪਦ ਹੇਠ ਹੋਰ ਵੀ ਕੱਚੀ ਬਾਣੀ ਜਿਹੜੀ ਉਚਾਰਨੀ ਸ਼ੁਰੂ ਕੀਤੀ ਹੋਈ ਹੈ ਵਿਰੋਧੀ ਧਿਰਾਂ ਵੱਲੋਂ। ਜਿੱਦਾਂ ਤੁਸੀਂ ਅਕਸਰ ਹੀ ਇੱਕ ਸ਼ਬਦ ਸੁਣਿਆ ਹੋਣਾ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸ਼ਬਦ ਉਹਦੇ ਵਿੱਚ ਆ ਰਿਹਾ ਨਾਨਕ ਪਦ ਵਰਤ ਕੇ ਕੱਚੀ ਬਾਣੀ ਹੈ, ਪਰ ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਦਰਜ ਨਹੀਂ, ਇਹ ਕਿਸੇ ਵੀ ਗੁਰੂ ਦੀ ਉਚਾਰਨ ਕੀਤੀ ਹੋਈ ਨਹੀਂ ਹੈ। ਹੋਰ ਵੀ ਅਨੇਕਾਂ ਤਰ੍ਹਾਂ ਦੀਆਂ ਐਸੀਆਂ ਪੰਕਤੀਆਂ ਸਨ ਜਿਹੜੀਆਂ ਕੱਚੀਆਂ ਬਾਣੀਆਂ ਸਨ, ਪਰ ਸੰਗਤ ਨੂੰ ਭੁਲੇਖਾ ਨਾ ਲੱਗ ਜੇ, ਇਸ ਕਰਕੇ ਵੀ ਉਹਦੇ ਵਿੱਚ ਕੋਈ ਹੋਰ ਮਿਲਾਵਟ ਨਾ ਹੋ ਜਾਵੇ। ਇਸੇ ਤਰ੍ਹਾਂ ਜਦੋਂ ਇਹ ਬਾਣੀ ਦਾ ਖਜ਼ਾਨਾ ਗੁਰੂ ਅਮਰਦਾਸ ਤੋਂ ਲੈ ਕੇ ਤੇ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਤੋਂ ਗੁਰੂ ਅਰਜਨ ਪਾਤਸ਼ਾਹ ਤੱਕ ਪਹੁੰਚਿਆ, ਉਸ ਅਨਮੋਲ ਖਜ਼ਾਨੇ ਨੂੰ ਜਿਹੜਾ ਇਕੱਤਰ ਕਰਕੇ ਅਲੱਗ-ਅਲੱਗ ਜਿਹੜੀਆਂ ਪੋਥੀਆਂ ਸਨ, ਸਾਰਿਆਂ ਦੀ ਸੇਵਾ ਜਿਹੜੀ ਆ ਗੁਰੂ ਅਰਜਨ ਪਾਤਸ਼ਾਹ ਨੇ ਵੇਖਿਆ ਵੀ ਇੱਕ ਪੂਰਾ ਗ੍ਰੰਥ ਬਣਾਇਆ ਜਾਵੇ। ਉਹਦੇ ਵਿੱਚ ਜਿਹੜੇ ਭਾਈ ਗੁਰਦਾਸ ਜੀ ਰਾਹੀਂ ਜਿਹੜੀ ਲਿਖਣ ਦੀ ਸੇਵਾ ਉਹ ਕਰਵਾਈ ਜਾਂਦੀ ਹੈ। ਆਦਿ ਗ੍ਰੰਥ ਦੀ ਜਿਹੜੀ ਸੇਵਾ ਕੀ ਲਿਖਣ ਦੀ ਭਾਈ ਗੁਰਦਾਸ ਜੀ ਕਰਦੇ ਨੇ, ਗੁਰੂ ਅਰਜਨ ਪਾਤਸ਼ਾਹ ਬੋਲ ਕੇ ਸਾਰੀ ਬਾਣੀ ਜਿਹੜੀ ਲਿਖਾ ਰਹੇ ਨੇ, ਕੱਲੀ ਕੱਲੀ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ। ਨਾਲ ਦੁਬਾਰਾ ਉਹਨਾਂ ਨੇ ਆਪ ਚੈੱਕ ਕੀਤਾ। ਜੋ ਤੁਸੀਂ ਗੁਰਬਾਣੀ ਵਿੱਚ ਵੀ ਸ਼ਬਦ ਕਈ ਵਾਰ ਸੁੱਧ ਕੀਚੇ, ਸ਼ੁੱਧ ਸ਼ਬਦ ਅਖੀਰ ਦੇ ਉੱਤੇ ਕਈ ਵਾਰ ਲਿਖਿਆ ਆਉਂਦਾ ਹੈ, ਉਹਦਾ ਮਤਲਬ ਵੀ ਗੁਰੂ ਅਰਜਨ ਪਾਤਸ਼ਾਹ ਨੇ ਬਕਾਇਦਾ ਉਹਨੂੰ ਚੈੱਕ ਕੀਤਾ ਹੈ, ਜਾਂ ਜਿਹੜੇ ਵੀ ਚੈੱਕ ਕਰਨ ਵਾਲੇ ਆ, ਜਾਂ ਉਹਦੇ ਵਿੱਚ ਇਦਾਂ ਸੀ ਵੀ ਇਹਦੇ ਵਿੱਚ ਕੋਈ ਕਮੀ ਇਹਨੂੰ ਠੀਕ ਕੀਤੀ ਜਾਵੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੰਪਾਦਨਾ ਵੇਲੇ, ਗੁਰਬਾਣੀ ਲਿਖਣ ਵੇਲੇ ਕੱਲੀ ਕੱਲੀ ਗੱਲ ਦਾ, ਸਿਹਾਰੀ ਬਿਹਾਰੀ, ਇੱਕ ਅੱਖਰ ਦਾ, ਔਂਕੜ ਦਾ ਪੂਰਾ ਖਿਆਲ ਰੱਖਿਆ ਗਿਆ।
ਵੀ ਕੋਈ ਵੀ ਇਸ ਤਰ੍ਹਾਂ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਗੁਰਬਾਣੀ ਦੇ ਵਿੱਚ ਕਈ ਵਾਰ ਆਪਾਂ ਜੋ ਪੜ੍ਹਦੇ ਆ ਸ਼ਬਦ ਲਾਸਟ ਵਾਲੇ ਅੱਖਰ ਦੇ ਔਂਕੜ ਤੇ ਸਿਹਾਰੀ ਕਈ ਵਾਰ ਸਾਇਲੈਂਟ ਹੁੰਦੀ ਆ, ਬੋਲਣ ਦੇ ਵਿੱਚ ਨਹੀਂ ਆਉਂਦੀ, ਪਰ ਇਹ ਮਤਲਬ ਨਹੀਂ ਉਸਦਾ ਬਈ ਉਹਦੇ ਕੋਈ ਅਰਥ ਨਹੀਂ। ਹਰੇਕ ਸ਼ਬਦ ਦੇ ਜਿਹੜੇ ਵੀ ਕੋਈ ਵੀ ਅੱਖਰ ਮਾਤਰਾ ਕੋਈ ਲੱਗੀ ਹੋਈ ਹੈ ਉਹਦਾ ਕੱਲਾ ਬਕਾਇਦਾ ਉਹਦਾ ਕੋਈ ਨਾ ਕੋਈ ਅਰਥ ਹੈ, ਬਿਨਾਂ ਅਰਥਾਂ ਤੋਂ ਕੋਈ ਏਦਾਂ ਸ਼ਬਦ ਨਹੀਂ ਲਗਾਇਆ। ਜੇ ਇੱਕ ਸ਼ਬਦ ਦੀ ਮੈਂ ਤੁਹਾਨੂੰ ਉਦਾਹਰਨ ਸਾਂਝੀ ਕਰਦੇ ਹਾਂ, ਜਦੋਂ ਅਸੀਂ ਭਗਤ ਸ਼ਬਦ ਵੇਖਦੇ ਹਾਂ, ਭਗਤ ਸ਼ਬਦ ਜਦੋਂ ਤਾਂ ਉਹਨੂੰ ਕੋਈ ਮਾਤਰਾ ਨਹੀਂ, ਪੱਪਾ ਗੱਗਾ ਤੱਤਾ, ਉਹ ਤਾਂ ਅਨੇਕਾਂ ਭਗਤਾਂ ਦੀ ਗੱਲ ਹੋ ਰਹੀ ਹੈ। ਪਰ ਜੇਕਰ ਸਿਹਾਰੀ ਲੱਗ ਜੇ ਫਿਰ ਉਹਦਾ ਮਤਲਬ ਹੈ ਭਗਤੀ, ਜੇ ਔਂਕੜ ਲੱਗ ਜਾਵੇ ਤੱਤੇ ਨੂੰ ਲਾਸਟ ਵਾਲੇ ਅੱਖਰ ਨੂੰ, ਉਹਦਾ ਮਤਲਬ ਹੈ ਕਿ ਇੱਥੇ ਇੱਕ ਭਗਤ ਦੀ ਗੱਲ ਹੋ ਰਹੀ ਹੈ। ਇਸੇ ਤਰ੍ਹਾਂ ਹਰੇਕ ਸ਼ਬਦ ਦੇ ਵਿੱਚ ਜਿੱਥੇ ਵੀ ਮਾਤਰਾ ਲੱਗ ਰਹੀ ਹੈ ਉੱਥੇ ਹਰ ਇੱਕ ਮਾਤਰਾ ਦਾ ਹਰ ਇੱਕ ਅੱਖਰ ਦੀ ਕੋਈ ਨਾ ਕੋਈ ਜਿਹੜੀ ਉਹਦੀ ਵੈਲਿਊ ਹੈ, ਕੀਮਤ ਹੈ, ਬਿਨਾਂ ਵਜ੍ਹਾ ਤੋਂ ਕੋਈ ਨਹੀਂ ਲਾਇਆ। ਤੇ ਕੱਲੀ ਕੱਲੀ ਗੱਲ ਦਾ ਖਿਆਲ ਰੱਖਿਆ ਗਿਆ ਪ੍ਰੋਪਰ। ਤੇ ਇਸ ਤੋਂ ਬਾਅਦ ਉਹ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਚੁਣਿਆ ਜਾਂਦਾ ਹੈ। ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ, ਹਰਿਮੰਦਰ ਸਾਹਿਬ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਉੱਥੇ ਕੀਤਾ ਜਾਂਦਾ ਹੈ। ਤੇ ਸ਼ਬਦ ਆਇਆ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਬਾਬਾ ਬੁੱਢਾ ਜੀ ਨੇ ਇਹ ਵਾਕ ਲਿਆ। ਤੇ ਗੁਰੂ ਅਰਜਨ ਪਾਤਸ਼ਾਹ ਆਪ ਥੱਲੇ ਬੈਠਦੇ ਨੇ, ਸ਼ਬਦ ਗੁਰੂ ਨੂੰ ਜਿਹੜਾ ਪ੍ਰਕਾਸ਼ ਕੀਤਾ ਹੈ ਇੱਕ ਥੜੇ ਤੇ, ਜਿੱਦਾਂ ਕਹਿ ਲਈਏ ਤਖਤ ਪੋਸ ਤੇ, ਤੇ ਆਪ ਥੱਲੇ ਬੈਠ ਕੇ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਿਆ। ਸ਼ੁਰੂ ਤੋਂ ਵੇਖਦੇ ਆਪਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸ਼ਬਦ ਦਾ ਹੀ ਪ੍ਰਚਾਰ ਕੀਤਾ, ਕਿਸੇ ਨੂੰ ਦੇਹ ਨਾਲ ਨਹੀਂ ਜੋੜਿਆ, ਕਿਸੇ ਨੂੰ ਕਿਸੇ ਹੋਰ ਦਰਖਤ ਦੇ ਨਾਲ ਏਦਾਂ ਨਹੀਂ ਜੋੜਿਆ। ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਮੌਕੇ ਵੀ ਉਹਨਾਂ ਨੇ ਸ਼ਬਦ ਗੁਰੂ ਹੀ ਕਿਹਾ ਹੈ ਵੀ ਮੇਰਾ ਸ਼ਬਦ ਗੁਰੂ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸੇ ਤਰ੍ਹਾਂ ਹਰੇਕ ਗੁਰੂ ਨੇ ਸ਼ਬਦ ਦੇ ਰਾਹੀਂ ਪ੍ਰਚਾਰ ਕੀਤਾ ਹੈ, ਗੁਰਬਾਣੀ ਨੂੰ ਹੀ ਸਰਮੌਰ ਮੰਨਿਆ ਹੈ। ਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਸਭ ਤੋਂ ਪਹਿਲੀ ਬਾਣੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਹੈ, ਜਿਸ ਦਾ ਨਾਮ ਹੈ ਜਪਜੀ ਸਾਹਿਬ। ਪਰ ਉੱਥੇ ਸ਼ਬਦ ਜਿਹੜਾ ਆਪਾਂ ਪਿਆਰ ਨਾਲ ਜਪਜੀ ਸਾਹਿਬ ਕਹਿੰਦੇ ਆ, ਪਰ ਜਪ ਇਹ ਬਾਣੀ ਦਾ ਨਾਮ ਹੈ। ਸਭ ਤੋਂ ਆਰੰਭ ਦੇ ਵਿੱਚ ਸੰਪੂਰਨ ਮੂਲ ਮੰਤਰ ਹੈ, ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੇ ਤੱਕ ਇਹ ਸੰਪੂਰਨ ਮੂਲ ਮੰਤਰ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਇਹ ਸੰਪੂਰਨ ਮੂਲ ਮੰਤਰ 33 ਵਾਰ ਆਇਆ ਹੈ। ਤੇ ਕੁੱਲ ਜੇ ਕਹਿ ਲਈਏ ਅਲੱਗ-ਅਲੱਗ ਰੂਪਾਂ ਦੇ ਵਿੱਚ ਆਇਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਮੂਲ ਮੰਤਰ, ਮੰਗਲਾਚਰਨ ਵੀ ਕਹਿ ਦਿੰਦੇ ਹਾਂ। ਕੁੱਲ ਇਹ ਆਇਆ 567 ਵਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ। ਤੇ ਹਰੇਕ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਪਹਿਲਾਂ 13 ਨੰਬਰ ਅੰਕ ਤੱਕ ਰਾਗ ਰਹਿਤ ਬਾਣੀ ਹੈ। 14 ਅੰਕ ਤੋਂ ਲੈ ਕੇ 1353 ਤੱਕ ਰਾਗਾਂ ਦੇ ਵਿੱਚ ਬਾਣੀ, 31 ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ ਹੈ। ਉਹਦੇ ਵਿੱਚ ਹੀ 22 ਵਾਰਾਂ ਨੇ ਤੇ 31 ਰਾਗ ਹੋ ਗਏ ਤੇ 35 ਮਹਾਂਪੁਰਖਾਂ ਦੀ ਗੁਰਬਾਣੀ ਇਹ ਦਰਜ ਹੈ। ਜਦੋਂ ਅਸੀਂ ਲਾਸਟ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕੁੱਲ ਅੰਗ 1430 ਹਨ। ਤੇ ਪਾਤਸ਼ਾਹ ਗੁਰਬਾਣੀ ਦੇ ਰਾਹੀਂ ਉਹਨਾਂ ਦੇ ਇੱਕ ਤੁਸੀਂ ਹੋਰ ਗੱਲ ਨੋਟ ਕੀਤੀ ਹੋਣੀ ਆ ਵੀ 35 ਮਹਾਂਪੁਰਖ ਜਿਹੜੇ ਨੇ ਉਹਨਾਂ ਦੇ ਵਿੱਚ ਜਦੋਂ ਸਮਾਜ ਵਿੱਚ ਵੇਖਦੇ ਆ ਕੋਈ ਕਿਸੇ ਜਾਤ ਮਜ਼ਹਬ ਦੇ ਨਾਲ ਸੰਬੰਧ ਰੱਖਦਾ, ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਹੋਰ ਗੁਰੂ ਸਾਹਿਬਾਨਾਂ ਨੇ ਜਿਹੜੀ ਬਾਣੀ ਸਾਰੀ ਇਕੱਤਰ ਕਰੀ ਹੈ, ਜਿਹੜੀ ਉਹ ਇਕੱਠੀ ਕੀਤੀ ਹੈ, ਉਹਦੇ ਵਿੱਚ ਸੰਦੇਸ਼ ਵੇਖਿਆ ਇੱਕੋ ਰੱਬ ਨੂੰ ਮਿਲਣ ਦਾ, ਬੰਦੇ ਨੂੰ ਪੈਰਾਂ ਤੇ ਖੜਾ ਕਰਨ ਦਾ, ਤੇ ਜਿਨ੍ਹਾਂ ਦੀ ਸੁਰਤ ਉੱਚੀ ਹੈ, ਜਿਹੜੇ ਇਦਾਂ ਦੁਨਿਆਵੀ ਤੌਰ ਤੇ ਬਣੇ ਹੋਏ ਮਜ਼ਹਬ ਵਗੈਰਾ ਜਾਤ ਬਰਾਦਰੀਆਂ ਉਹਨਾਂ ਦੇ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ। ਭਾਵੇਂ ਕਿ ਕੋਈ ਜੱਟ ਹੈ, ਕੋਈ ਸ਼ੀਂਬਾ ਹੈ, ਕੋਈ ਚੁਮਿਆਰ ਹੈ, ਇਦਾਂ ਅਲੱਗ-ਅਲੱਗ ਜਿਹੜੇ ਕੋਈ ਸੈਣ ਹੈ, ਕੋਈ ਨਾਈ ਹੈ, ਅਲੱਗ-ਅਲੱਗ ਜਿਹੜੀਆਂ ਜਾਤਾਂ ਦੇ ਨਾਲ ਸੰਬੰਧਿਤ ਉਹ ਭਗਤ ਸਾਹਿਬਾਨ ਜਾਂ ਗੁਰੂ ਸਾਹਿਬਾਨ ਮੰਨੇ ਗਏ। ਪਰ ਉਹਨਾਂ ਨੇ ਇੱਕ ਇਕੱਠੇ ਹੋ ਕੇ ਇਹ ਸੰਦੇਸ਼ਾ ਜ਼ਰੂਰ ਦਿੱਤਾ, ਉਹ ਭਾਈ ਜੇ ਰੱਬ ਨੂੰ ਮਿਲਣਾ ਨਾ ਇੱਕ ਹੋਣਾ। ਇਦਾਂ ਉਹਨਾਂ ਨੇ ਆਪ ਇੱਕ ਹੋ ਕੇ ਦਿਖਾਇਆ ਸਾਨੂੰ। ਇਦਾਂ ਨਹੀਂ ਕਿਹਾ ਵੀ ਮੇਰੀ ਬਾਣੀ ਨਹੀਂ ਇਹਦੇ ਵਿੱਚ ਰਚਣੀ,
ਨਾ ਨਾ, ਉੱਥੇ ਸਭ ਤੋਂ ਸਰਮੌਰ ਇਦਾਂ ਇੱਕ ਦੇਖਿਆ ਗਿਆ ਸੰਕਲਪ ਜਿਹੜਾ ਰੱਬ ਨੂੰ ਮਿਲਣ ਦਾ ਸੰਦੇਸ਼। ਸਾਰਿਆਂ ਦੇ ਵਿਚਾਰ ਇੱਕੋ ਜਿਹੇ ਸਨ, 35 ਮਹਾਂਪੁਰਖਾਂ ਦੇ, ਉਹਨਾਂ ਦੇ ਵਿੱਚ ਕੋਈ ਵੀ ਆਪਣੇ ਆਪ ਨੂੰ ਵੱਡਾ ਛੋਟਾ ਨਹੀਂ। ਉੱਥੇ ਹੋਰ ਵੀ ਆਏ ਸਨ ਜਿਹੜੇ ਕਹਿੰਦੇ ਵੀ ਸਾਡੀਆਂ ਰਚਨਾਵਾਂ ਵਿੱਚ ਦਰਜ ਕਰ ਲਵੋ, ਜਿਹਦੇ ਵਿੱਚ ਕਾਨਾ, ਪੀਲੂ, ਸ਼ਾਹ ਹੁਸੈਨ ਇਹ ਆਉਂਦੇ ਨੇ। ਪਰ ਇਹਨਾਂ ਦੀ ਗੁਰਬਾਣੀ ਦੇ ਵਿੱਚ ਹਉਮੈ ਝਲਕਦੀ ਸੀ ਤੇ ਗੁਰੂ ਅਰਜਨ ਪਾਤਸ਼ਾਹ ਨੇ ਮਨਾ ਕਰ ਦਿੱਤਾ, ਭਾਈ ਇਹ ਤੁਹਾਡੀ ਬਾਣੀ ਇਹਦੇ ਵਿੱਚ ਨਹੀਂ ਦਰਜ ਕੀਤੀ ਜਾ ਸਕਦੀ, ਕਿਉਂਕਿ ਇਸ ਵਿੱਚ ਸਿਰਫ ਰੱਬੀ ਅੱਲਾਹ ਹੀ ਜਿਹੜੇ ਉਹ ਹੁਕਮ ਨੇ। ਇਹਦੇ ਵਿੱਚ ਸਿਰਫ ਉਸ ਮਾਲਕ ਦੀ ਸਿਫਤ ਸਲਾਹ ਹੈ। ਜਿਹੜੀ ਤੁਹਾਡੀ ਤੁਸੀਂ ਲੈ ਕੇ ਆਏ ਹੋ ਕਵਿਤਾ, ਇਹਦੇ ਵਿੱਚ ਤੁਹਾਡੀ ਹਉਮੈ ਝਲਕਦੀ ਹੈ। ਇਹ ਜਿਹੜਾ ਤੁਹਾਡੀ ਰਚੀ ਹੋਈ ਬਾਣੀ ਹੈ, ਜਿਹੜੀ ਤੁਹਾਡੀ ਕਵਿਤਾ ਰਚੀ ਹੋਈ ਹੈ, ਇਹ ਜਿਹੜੀ ਅਕਾਲ ਪੁਰਖ ਪਰਮਾਤਮਾ ਨੂੰ ਇੱਕ ਨਹੀਂ ਮੰਨਦੀ, ਉਹਦੇ ਤੇ ਪੂਰਾ ਅਟੱਲ ਵਿਸ਼ਵਾਸ ਨਹੀਂ ਰੱਖਦੀ, ਕਿਉਂਕਿ ਸਾਰੀ ਜਿੰਨੀ ਵੀ ਬਾਣੀ ਹੈ ਉਹ ਇੱਕੋ ਇੱਕ ਮਾਲਕ ਉਹਦੀ ਸਿਫਤ ਸਲਾਹ ਦੇ ਵਿੱਚ ਰਚੀ ਹੋਈ ਹੈ। ਤੇ ਜਦੋਂ ਅਸੀਂ ਤੇ ਪਾਤਸ਼ਾਹ ਨੇ ਸਾਨੂੰ ਦੱਸਿਆ ਹੀ ਇਹ ਹੈ, ਭਾਈ ਇਹ ਅਨਮੋਲ ਖਜ਼ਾਨਾ ਇੰਨਾ ਸਾਨੂੰ ਦੇ ਕੇ ਗਏ ਨੇ, ਜੇ ਅਸੀਂ ਖੋਲ ਕੇ ਨਾ ਵੇਖੀਏ ਫਿਰ ਅਸੀਂ ਦੇਖੋ ਕਿੰਨੇ ਅਮੀਰ ਵਿਰਸੇ ਦੇ ਮਾਲਕ ਅਸੀਂ ਕਹਿ ਲਈਏ ਉਹ ਗਰੀਬ ਸਿੱਖ ਰਹਿ ਸਕਦੇ ਹਾਂ, ਕਿਉਂਕਿ ਅਸੀਂ ਉਹ ਖਜ਼ਾਨੇ ਨੂੰ ਖੋਲ ਕੇ ਨਹੀਂ ਵੇਖ ਰਹੇ। ਤੇ ਪਾਤਸ਼ਾਹ ਨੇ ਕਿਹਾ ਸਾਨੂੰ ਇੰਨਾ ਅਨਮੋਲ ਖਜ਼ਾਨਾ ਦੇ ਕੇ ਗਏ ਨੇ, ਜਿਹੜਾ ਮੈਂ ਵਾਕ ਆਰੰਭ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ। ਕਹਿੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਹ ਸਾਨੂੰ ਗੁਰੂ ਅਰਜਨ ਪਾਤਸ਼ਾਹ ਪਹਿਲਾ ਪ੍ਰਕਾਸ਼ ਕਰਕੇ ਤੇ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਗੁਰਗੱਦੀ ਦਿੱਤੀ ਹੈ। ਆਪਣੇ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਸਿੱਖਾਂ ਦਾ ਭਾਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਨ। ਆਪਾਂ ਹਰ ਰੋਜ਼ ਦੋਹਰੇ ਵਿੱਚ ਵੀ ਪੜ੍ਹਦੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਵੀ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ ਹੈ, ਸ਼ਬਦ ਗੁਰੂ ਨੂੰ ਹੀ ਗੁਰੂ ਮੰਨਣਾ ਹੈ। ਤੇ ਗੁਰੂ ਇੱਕ ਕਹਿਣਾ ਹੁੰਦਾ ਹੈ, ਇੱਕ ਮੰਨਣਾ ਹੁੰਦਾ ਹੈ, ਦੋਨਾਂ 'ਚ ਥੋੜਾ ਜਿਹਾ ਅੰਤਰ ਦੇਖੋ ਧਿਆਨ ਦੇ ਨਾਲ। ਇੱਕ ਬੰਦਾ ਕਹਿੰਦਾ ਵੀ ਬਾਹਰੀ ਤੌਰ ਤੇ ਰੋਜ਼ ਗੁਰਦੁਆਰੇ ਜਾਂਦਾ ਹੈ, ਭਾਵੇਂ ਗੁਰਦੁਆਰੇ ਰਹਿੰਦਾ ਵੀ ਹੋ ਸਕਦਾ ਹੈ, ਉਹ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਮੰਨਦਾ ਹਾਂ। ਪਰ ਜਦੋਂ ਜੀਵਨ ਵਿੱਚ ਵੇਖਦੇ ਆ ਉਹ ਕਹਿੰਦਾ ਮੈਂ ਮੰਨਣੀ ਕੋਈ ਨਹੀਂ ਗੱਲ, ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੰਨ ਨਹੀਂ ਰਿਹਾ। ਇੱਕ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕੱਲੀ ਕੱਲੀ ਗੱਲ ਤੇ ਪਹਿਰਾ ਦਿੰਦਾ ਹੈ, ਉਹਦੀ ਕੱਲੀ ਕੱਲੀ ਗੱਲ ਨੂੰ ਸੱਚ ਕਰਕੇ ਜਾਣਦਾ ਹੈ, ਪੂਰਾ ਭਰੋਸਾ ਹੈ। ਜਿਹਨੂੰ ਪੂਰਨ ਭਰੋਸਾ ਹੈ ਉਹਦਾ ਸਿਰ ਕਦੇ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਇਲਾਵਾ ਕਿਸੇ ਦੇਹਧਾਰੀ ਬਾਬੇ ਅੱਗੇ, ਕਿਸੇ ਮੜੀਆਂ ਮਸਾਣਾਂ ਦੇ ਅੱਗੇ ਕਿਤੇ ਨਹੀਂ ਝੁਕੇਗਾ। ਉਹ ਕਿਸੇ ਵੀ ਕਰਮ ਕਾਂਡ ਦੇ ਵਿੱਚ ਵਿਸ਼ਵਾਸ ਨਹੀਂ ਰੱਖੇਗਾ, ਕਿਉਂਕਿ ਬਾਣੀ ਪੜ੍ਹਨ ਵਾਲਾ ਸਿੱਖ ਸਿਆਣਾ ਹੁੰਦਾ ਹੈ। ਬਾਣੀ ਪੜ੍ਹਨ ਵਾਲਾ ਸਿੱਖ ਜਿਹੜਾ ਗੁਰੂ ਮੰਨਦਾ ਨਾ, ਗੁਰੂ ਗਿਆਨਵਾਨ ਹੈ। ਗੁਰੂ ਕੌਣ? ਆਪਣੇ ਜੇ ਆਪਾਂ ਭਾਰਤ ਦੇ ਕਲਚਰ ਦੀ ਗੱਲ ਕਰਦੇ ਆ, ਇੱਥੇ ਜਿਹੜਾ ਸਿਖਾਉਣ ਵਾਲਾ ਹੈ, ਜਿਹਤੋਂ ਗਿਆਨ ਲਿਆ ਜਾਂਦਾ, ਉਹਨੂੰ ਗੁਰੂ ਕਹਿ ਦਿੰਦੇ ਆ। ਤੇ ਇਸੇ ਤਰ੍ਹਾਂ ਸਾਡੇ ਜੀਵਨ ਨੂੰ ਘੜਨ ਦੀ ਜਿਹੜੀ ਸਮਰੱਥਾ ਰੱਖਣ ਵਾਲਾ ਹੈ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਨ, ਜਿਹੜੇ ਸਾਡੇ ਜੀਵਨ ਨੂੰ ਪੂਰਨ ਤੌਰ ਤੇ ਘੜਦੇ ਹਨ। ਤੇ ਜਦੋਂ ਖੋਲ ਕੇ ਵੇਖਾਂਗੇ ਭਾਈ, ਫਿਰ ਅਸੀਂ ਅਮੀਰ ਵਿਰਸੇ ਦੇ ਮਾਲਕ, ਇੱਕ ਅਖਵਾਉਣਾ, ਇੱਕ ਬਣਨਾ ਅਸੀਂ ਇੱਕ ਗੁਰੂ ਏਦਾਂ ਕਹਿੰਦੇ ਅਸੀਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੰਨਦੇ ਹਾਂ, ਇੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੱਲ ਨੂੰ ਮੰਨਣਾ, ਅਸੀਂ ਮੰਨਣ ਵਾਲੇ ਪਾਸੇ ਤੁਰਨਾ ਹੈ। ਜੇ ਆਪਾਂ ਕਹਿ ਲਈਏ ਬਾਹਰੀ ਤੌਰ ਤੇ ਮਾਤਾ ਪਿਤਾ ਦੇ, ਕਈ ਵਾਰ ਬੰਦਾ ਪੁੱਤਰ ਜਾਂ ਘਰ ਦੇ ਵਿੱਚ ਧੀ ਉਹ ਪੈਰੀ ਹੱਥਾਂ ਬਹੁਤ ਲਗਾਉਂਦੇ ਆ, ਪਰ ਗੱਲ ਨਾ ਮੰਨਣ, ਉਹ ਬੱਚਾ ਮਾਂ ਪਿਓ ਨੂੰ ਪਿਆਰਾ ਥੋੜ੍ਹਾ ਲੱਗਦਾ ਹੈ। ਸਭ ਤੋਂ ਉਹ ਏਦਾਂ ਕਹਿੰਦਾ ਵੀ ਮੇਰਾ ਸਤਿਕਾਰ ਦਾ ਪੁੱਤ ਤੁਸੀਂ ਗੱਲ ਹੀ ਮੰਨ ਲਿਆ ਕਰੋ, ਪੈਰੀ ਹੱਥ ਤਾਂ ਭਾਵੇਂ ਰਹਿਣ ਵੀ ਦਵੋ, ਗੱਲ ਵੱਖਰੀ, ਇਹ ਬਾਅਦ ਦੀ ਗੱਲ ਹੈ, ਪਹਿਲਾਂ ਗੱਲ ਹੀ ਮੰਨ ਲਓ ਤੁਸੀਂ। ਮੈਂ ਤਾਂ ਆਵਾਜ਼ਾਂ ਮਾਰ ਥੱਕ ਗਿਆ। ਇਸੇ ਤਰ੍ਹਾਂ ਇੱਕ ਸਾਡੀ ਬਾਹਰੀ ਤੌਰ ਤੇ ਇੱਕ ਕਹਿ ਲਈਏ ਇੱਕ ਮਰਿਆਦਾ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ। ਪਰਿਕਰਮਾ ਦਾ ਵੀ ਇੱਕ ਭਾਵ ਹੈ ਵੀ ਅਸੀਂ ਆਪਣੀ ਜ਼ਿੰਦਗੀ ਦਾ ਧੋਰਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੁਹਾਨੂੰ ਮੰਨਦੇ ਹਾਂ। ਤੇ ਇੱਕ ਹੁਣ ਇਸੇ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਰ ਗੱਲ ਨੂੰ ਮੰਨੀਏ। ਵਾਰੀ ਵੀ ਅਸੀਂ ਮੱਥਾ ਟੇਕਣਾ ਹੈ, ਪਰ ਨਾਲ ਨਾਲ ਉਹ ਗਿਆਨ ਲੈ ਕੇ ਜ਼ਰੂਰ ਆਈਏ। ਫਿਰ ਅਸੀਂ ਕਹਿ ਸਕਦੇ ਹਾਂ ਹਮ ਤਨਵੰਤ ਭਾਗਟ ਸੱਚ ਨਾਈ, ਹਰ ਗੁਣ ਗਾਵੇ ਸਹਿਜ ਸੁਭਾਈ। ਅਸੀਂ ਧੰਨਵਾਨ ਹੋ ਗਏ ਹਾਂ ਜਦੋਂ ਬੰਦਾ ਜਿਹੜਾ ਪੜ੍ਹਦਾ ਉਹ ਕਹਿ ਸਕਦਾ ਹੈ, ਕਿਉਂਕਿ ਜ਼ਿੰਦਗੀ ਦੀ ਨੌਲੇਜ ਉਹਨੂੰ ਆਏਗੀ, ਇੰਨਾ ਅਮੀਰ ਵਿਰਸੇ ਦਾ ਮਾਲਕ ਹੋ ਜਾਏਗਾ। ਫਿਰ ਏਦਾਂ ਕਦੇ ਢਹਿੰਦੀ ਕਲਾ 'ਚ ਜਾਏਗਾ ਨਹੀਂ, ਭਾਵੇਂ ਬਾਹਰੀ ਤੌਰ ਤੇ ਕੱਖ ਨਾ ਰਹੇ,
ਸੂਲੀ ਤੇ ਬੰਦਾ ਇਦਾਂ ਕਹਿ ਲਈਏ ਹਕੂਮਤ ਐਸੀ ਇੱਥੇ ਜ਼ੁਲਮ ਕਰਨ ਵਾਲੀਆਂ ਨੇ, ਉਹ ਇਦਾਂ ਪਰਵਾਹ ਨਹੀਂ ਕਰਦਾ, ਕੋਈ ਗੱਲ ਨਹੀਂ। ਪਰ ਸੱਚ ਤੇ ਮੈਂ ਖੜਾ ਰਿਹਾ ਨਾ, ਮੇਰੇ ਗੁਰੂ ਪਾਤਸ਼ਾਹ ਨੇ ਜਿਹੜੀ ਰਹਿਮਤ ਬਖਸ਼ ਕੀਤੀ, ਮੈਂ ਸੱਚ ਤੇ ਚੱਲਿਆ, ਉਹਦੇ ਬਦਲੇ ਭਾਵੇਂ ਮੈਨੂੰ ਸਿਰ ਵੀ ਕਟਾਉਣਾ ਪੈ ਜੇ, ਕੋਈ ਗੱਲ ਨਹੀਂ। ਇੱਥੇ ਤਾਂ ਮੈਂ ਕੱਲ ਇੱਕ ਬੀਬੀ ਦੀ ਵੀਡੀਓ ਵੇਖ ਰਿਹਾ ਸੀ ਵੀ ਕਿੰਨਾ ਸਦਕ ਹੁੰਦਾ ਬਾਣੀ ਜਿਹੜਾ ਗੁਰੂ ਮੰਨਦਾ। ਮੁਕਤਸਰ ਦੇ ਲਾਗੇ ਦੀ ਤੁਸੀਂ ਵੀ ਵੇਖੀ ਹੋਣੀ ਹੈ ਵੀਡੀਓ, ਬੀਬੀ ਦੀ ਇੱਕ ਜਿਹੜੀ ਕਹਿੰਦੀ ਆ ਵੀ ਘਰ ਉਹਦਾ ਚੋਂਦਾ ਹੈ, ਕਾਨਿਆਂ ਦੀ ਛੱਤ ਹੈ। ਉਹ ਇੱਕ ਪੱਤਰਕਾਰ ਉਹਨੂੰ ਕਹਿੰਦਾ ਜਾ ਕੇ, ਬੀਬੀ ਇੱਥੇ ਧਰਮ ਪਰਿਵਰਤਨ ਵਾਲੇ ਜਿਹੜੇ ਨੇ ਉਹ ਕਿਸੇ ਦਾ ਘਰ ਵੀ ਬਣਾ ਦਿੰਦੇ ਨੇ, ਤੂੰ ਉਹ ਆਪਣਾ ਧਰਮ ਪਰਿਵਰਤਨ ਕਿਉਂ ਨਹੀਂ ਕਰ ਲਿਆ? ਤੂੰ ਅੰਮ੍ਰਿਤ ਛਕਿਆ ਹੋਇਆ, ਤੂੰ ਛੱਡ ਦੇ। ਉਹ ਬੀਬੀ ਦੇ ਜਿਹੜੇ ਲਫ਼ਜ਼ ਜੀ ਬੜੇ ਪਿਆਰੇ ਸੀ। ਉਹ ਕਹਿਣ ਲੱਗੀ, ਮੈਂ ਕਲਗੀਆਂ ਵਾਲੇ ਦੀ ਧੀ ਆ, ਮੈਨੂੰ ਕਲਗੀਆਂ ਵਾਲੇ ਤੇ ਪੂਰਨ ਭਰੋਸਾ ਹੈ। ਉਹਨੇ ਭਾਵੇਂ ਮੈਨੂੰ ਬਾਹਰੀ ਤੌਰ ਤੇ ਅਮੀਰ ਕਰ ਦੇਵੇ, ਜਿੱਦਾਂ ਉਹ ਚਾਹੇ ਕੱਖ ਦਾ ਭਾਵੇਂ ਲੱਖ ਦੇ ਦੇ, ਚਾਹੇ ਕੱਖ ਦੇ ਦੇ, ਮੈਨੂੰ ਮਨਜ਼ੂਰ ਆ, ਕੋਈ ਗੱਲ ਨਹੀਂ। ਜਿੱਦਾਂ ਮੇਰਾ ਬਾਜਾਂ ਵਾਲਾ ਰੱਖਣਾ ਚਾਹੁੰਦਾ, ਮੈਂ ਉੱਦਾਂ ਰਹਿਣ ਨੂੰ ਤਿਆਰ ਆ। ਇਹ ਆ ਸਿੱਧਕੀ ਸਿੱਖਾਂ ਦੀ ਨਿਸ਼ਾਨੀ। ਜਿਹੜੇ ਟੁਕੜਾਂ ਤੇ ਵਿਕਦੇ ਫਿਰਦੇ ਆ, ਇਹਨਾਂ ਨੂੰ ਕੱਲ ਨੂੰ ਕੋਈ ਚਾਰ ਹੋਰ ਦੇ ਸਕਦਾ, ਉਧਰ ਹੋ ਸਕਦੇ ਆ, ਜ਼ਰੂਰੀ ਨਹੀਂ ਹੈ। ਇਹ ਜਿਹੜੇ ਬਾਹਰੀ ਤੌਰ ਤੇ ਅਸੀਂ ਕਿਸੇ ਲਾਲਚ ਵਸ ਆਪਣੇ ਆਪ ਨੂੰ ਆਪਣਾ ਧਰਮ ਚੇਂਜ ਕਰ ਲੈਂਦੇ ਆ, ਇਹਨਾਂ ਦੀ ਗਰੰਟੀ ਥੋੜ੍ਹਾ ਹੈ। ਇਹ ਅਗਿਆਨਤਾ ਬਸ ਅਸੀਂ ਇਦਾਂ ਕਰ ਰਹੇ ਹਾਂ। ਪਰ ਜਿਹੜਾ ਪੂਰਨ ਭਰੋਸਾ ਭਾਈ, ਆਹ ਵੇਖੋ, ਕੱਖ ਵੀ ਨਾ ਹੋਵੇ ਸਮਾਜ ਵਿੱਚ ਰਹਿੰਦਿਆਂ ਹੋਇਆਂ ਦੁਨਿਆਵੀ ਤੌਰ ਤੇ, ਪਰ ਫੇਰ ਵੀ ਅੰਦਰੋਂ ਇੱਕ ਚਿਣਕ ਹੁੰਦੀ ਹੈ ਨਾ ਜਦੋਂ ਪਿਆਰ ਹੋਵੇ। ਏਦਾਂ ਮਾਤਾ ਨੇ ਕਿਹਾ, ਮੈਂ ਕਲਗੀਆਂ ਵਾਲੇ ਤੇ ਪੂਰਨ ਭਰੋਸਾ ਰੱਖਦੀ ਹਾਂ। ਸਾਨੂੰ ਚਾਹੀਦਾ ਏਦਾਂ ਵਿਸ਼ਵਾਸ ਆ ਜੇ ਭਾਈ। ਅੱਜ ਬੰਦੇ ਕੋਲੇ ਸਾਰਾ ਕੁਝ ਹੁੰਦਾ ਹੈ ਪਰ ਭਰੋਸਾ ਨਹੀਂ ਹੁੰਦਾ। ਇੱਕ ਗਾਇਕ ਪਿਛਲੇ ਦਿਨੀ ਇੱਕ ਉਹ ਸਾਧ ਪਖੰਡੀ ਤੇ ਜਾ ਕੇ ਪੈਰਾਂ 'ਚ ਡਿੱਗਦਾ ਹੈ, ਕਹਿੰਦਾ ਜੀ ਮੇਰੇ ਸ਼ੋਅ ਨਹੀਂ ਲੱਗਦੇ। ਪਰ ਸੋਚ ਕੇ ਵੇਖੋ ਵੀ ਕੋਠੀ ਉਹਦੀ ਮਹਿੰਗੀ ਹੈ, ਇਹਦੇ ਕੋਲੇ ਗੱਡੀਆਂ ਕਾਰਾਂ ਸਾਰਾ ਕੁਝ ਹੈ ਆ। ਥੋੜੇ ਜਿਹੇ ਏਡਾ ਵੱਡਾ ਕਹਿ ਲਈਏ ਅਮੀਰ ਹੈ ਸੀ, ਪਰ ਥੋੜਾ ਜਿਹਾ ਪੱਧਰ ਦਾ ਨੀਵਾਂ ਹੋ ਗਿਆ ਤੇ ਪਖੰਡੀ ਦੇ ਪੈਰਾਂ 'ਚ ਜਾ ਕੇ ਡਿੱਗ ਗਿਆ। ਪਰ ਉਹ ਦੇਖੋ ਜਿਨ੍ਹਾਂ ਦੇ ਛੱਤਾਂ ਵੀ ਨਹੀਂ ਹੈਗੀਆਂ, ਜਿਹੜੇ ਬਾਹਰੀ ਤੌਰ ਤੇ ਉਹਦੇ ਜਿੰਨਾ ਵੀ ਨਹੀਂ ਹੈ, ਪਰ ਸਦਕ ਗੁਰੂ ਦੇ ਸਿੱਖ ਦਾ ਐਸਾ ਹੈ। ਉਹ ਕਹਿੰਦਾ ਜਿੱਥੇ ਮੈਂ ਰਹਿਣਾ ਮੈਂ ਆਨੰਦ ਵਿੱਚ ਆਣਾ, ਮੇਰਾ ਸਕੂਨ ਨਹੀਂ ਨਾ ਕੋਈ ਹੋ ਸਕਦਾ ਜਿਹਦੇ ਕੋਲੇ ਗੁਰਬਾਣੀ ਦਾ ਗਿਆਨ ਹੈ। ਉਹਨੂੰ ਕਹਿੰਦੀ ਹੈ ਗੁਰਬਾਣੀ, ਇਹ ਧੰਨਵਾਨ ਹੋ ਗਿਆ ਹੈ। ਕਦੋਂ ਹੋਣਾ ਹੈ? ਪਿਓ ਦਾਦੇ ਕਾ ਖੋਲ ਰਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਕਦੋਂ ਹੋਇਆ? ਜਦੋਂ ਮੈਂ ਆਪਣੇ ਪਿਓ ਦਾਦਿਆਂ ਦਾ ਖਜ਼ਾਨਾ ਖੋਲ ਕੇ ਵੇਖਿਆ। ਅਸੀਂ ਖੋਲ ਕੇ ਨਹੀਂ ਵੇਖ ਰਹੇ, ਤਾਂ ਨਹੀਂ ਅਸੀਂ ਅਮੀਰ ਹੋ ਰਹੇ ਅੰਦਰੋਂ। ਤਾਂ ਅੱਜ ਅਸੀਂ ਈਰਖਾ ਬਸ ਆਪਣੇ ਘਰਾਂ ਦੇ ਵਿੱਚ, ਇਹ ਸਾਰੇ ਘਰ ਅੱਡ ਹੋਣ ਦਾ, ਲੜਾਈਆਂ ਦਾ ਇਹੋ ਕਾਰਨ ਹੈ। ਅਸੀਂ ਅੱਜ ਸਹਿਣਸ਼ੀਲਤਾ ਗਵਾ ਲਈ ਹੈ। ਅਸੀਂ ਗੁਰੂ ਬਾਣੀ ਦੇ ਉਸ ਖਜ਼ਾਨੇ ਨੂੰ ਅਪਣਾਇਆ ਨਹੀਂ, ਪੜ੍ਹ ਕੇ ਨਹੀਂ ਵੇਖਿਆ। ਤੇ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਐਸਾ ਖਜ਼ਾਨਾ ਸੀ, ਰਤਨ ਲਾਲ ਜਾ ਕਾ ਕਛੂ ਨਾ ਮੋਲ। ਇਹ ਐਸੇ ਰਤਨ ਨੇ ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ, ਦੁਕਾਨ ਤੋਂ ਨਹੀਂ ਮਿਲਦੇ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਭੰਡਾਰ ਵੀ ਐਸਾ ਕਦੇ ਮੁੱਕਣ ਵਾਲਾ ਨਹੀਂ। ਕਹਿੰਦੇ ਜਿੰਨਾ ਮਰਜੀ ਮਨੁੱਖ ਕਹਿੰਦੇ ਉਹ ਲਈ ਜਾਵੇ ਗਿਆਨ। ਸਮੁੰਦਰ ਜਿੱਦਾਂ, ਉਹਦੇ ਵਿੱਚੋਂ ਪਾਣੀ ਕੋਈ ਮਨੁੱਖ ਕੱਢ ਲਵੇ 2-4 ਡਰਮ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਬੰਦਾ ਆਪਣੀ ਪਿਆਸ ਬੁਝਾ ਸਕਦਾ ਹੈ। ਇਸੇ ਤਰ੍ਹਾਂ ਗੁਰੂ ਦਾ ਗਿਆਨ ਐਸਾ ਹੈ, ਬੰਦਾ ਗਿਆਨ ਲੈ ਕੇ ਆਪਣੇ ਜੀਵਨ ਨੂੰ ਘੜ ਸਕਦਾ ਹੈ, ਪਰ ਬਾਣੀ ਨੂੰ ਜਾਂ ਕਿਸੇ ਰੱਬ ਨੂੰ ਕੋਈ ਫਰਕ ਨਹੀਂ ਪੈਣਾ। ਫਰਕ ਸਾਨੂੰ ਪੈਣਾ ਹੈ। ਅਸੀਂ ਗੁਰਬਾਣੀ ਸਿੱਖ ਕੇ ਆਪਣੇ ਕਿਰਦਾਰ ਨੂੰ ਉੱਚਾ ਕਰ ਸਕਦੇ ਹਾਂ। ਪਰ ਨਾਲ ਇੱਕ ਹੋਰ ਗੱਲ ਕਹਿਦੇ ਮੇਰੇ ਧਿਆਨ 'ਚ ਆ ਗਈ ਕਿ ਅਸੀਂ ਗੁਰਬਾਣੀ ਆਪ ਪੜ੍ਹਨੀ ਛੱਡ ਦਿੱਤੀ ਹੈ। ਅਸੀਂ ਠੇਕੇ ਤੇ ਪਾਠ ਦਿੱਤੇ ਹੋਏ ਆ। ਅਸੀਂ ਤਾਂ ਹੁਣ ਪਾਠ ਬਾਣੀ ਸਿੱਖਣ ਵਾਸਤੇ ਨਹੀਂ ਪੜ੍ਹ ਰਹੇ, ਬਾਣੀ ਪੜ੍ਹ ਰਹੇ ਹਾਂ। ਅਸੀਂ ਪੜ੍ਹਾ ਰਹੇ ਹਾਂ ਜਾਂ ਪੜ੍ਹ ਰਹੇ ਹਾਂ ਆਪਣੀਆਂ ਸੁੱਖਾਂ ਪੂਰੀਆਂ ਕਰਨ ਦੇ ਵਾਸਤੇ। ਬਾਣੀ ਇਸ ਵਾਸਤੇ ਨਹੀਂ ਸੀ, ਜੀਵਨ ਨੂੰ ਘੜਨ ਦੇ ਵਾਸਤੇ ਸੀ। ਐਸੀ ਅਨਮੋਲ ਮਹਿੰਗੀ ਬਾਣੀ। ਤੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਬਾਣੀ ਭਾਈ ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਤੋਂ ਜਾਈ। ਇਹ ਐਸਾ ਖਜ਼ਾਨਾ ਹੈ, ਜੇ ਬੰਦਾ ਗਿਆਨ ਲੈਣਾ ਸ਼ੁਰੂ ਕਰ ਦਵੇ ਮੁੱਕਣ ਵਾਲਾ ਨਹੀਂ। ਰਲ ਮਿਲ ਕੇ ਕਹਿੰਦੇ ਸਾਰੇ ਜਾਣੇ, ਆਪ ਵੀ ਬੰਦਾ ਸਿਆਣਾ ਹੋਵੇ ਤੇ ਹੋਰਾਂ ਨੂੰ ਵੀ ਸਿਆਣਾ ਕਰ ਦਵੇ। ਤੇ ਪਾਤਸ਼ਾਹ ਜੀ ਅੱਗੇ ਲਾਸਟ ਦੇ ਵਿੱਚ ਕਹਿੰਦੇ ਨੇ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰੜਾਏ। ਇਸ ਖਜ਼ਾਨੇ ਦੇ ਕਹਿ ਲਈ ਉਹ ਕਿਹਨੂੰ ਪ੍ਰਾਪਤ ਹੁੰਦਾ? ਕੌਣ ਹੈ ਇਹਦਾ ਜਿਹੜਾ ਹਿੱਸੇਦਾਰ ਨਾਲ ਬਣ ਜਾਂਦਾ? ਜਿਹਨੇ ਮਸਤਕ ਲੇਖ ਲਿਖਾਏ। ਮਸਤਕ ਲੇਖ ਏਦਾਂ ਥੋੜ੍ਹਾ ਹੁਣ ਧੁਰੋਂ ਪਹਿਲਾਂ ਵੀ ਇਸ ਜਨਮ ਤੋਂ ਪਹਿਲਾਂ ਦੇ ਲਿਖੇ ਹੋਏ ਸਨ, ਨਹੀਂ।
ਜਦੋਂ ਮਨੁੱਖ ਨੇ ਯਤਨ ਕਰਨਾ ਸ਼ੁਰੂ ਕਰ ਦਿੱਤਾ, ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਸਿੱਖਣ ਦੇ ਵਾਸਤੇ, ਲੇਖ ਲਿਖਾ ਲਏ, ਨਾਲ ਨਾਲ ਮੱਤ ਆਉਣੀ ਸ਼ੁਰੂ ਹੋ ਗਈ। ਵਿਚਾਰ ਦਾ ਅੱਜ ਇੱਕ ਸ਼ਬਦ ਵਿਚਾਰਦਾ, ਭਾਵੇਂ ਇੱਕ ਪੌੜੀ ਵਿਚਾਰਦਾ, ਉਹਦੇ ਵਿੱਚ ਸਮਝਦਾ ਮਾਲਕ ਮੈਨੂੰ ਕੀ ਉਪਦੇਸ਼ ਦਿੰਦਾ ਹੈ, ਤੇ ਉਸ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦਾ ਜਾਂਦਾ ਹੈ। ਹੌਲੀ ਹੌਲੀ ਅੱਜ ਥੋੜਾ ਮੰਨਿਆ, ਕੱਲ ਨੂੰ ਹੋਰ ਮੰਨਿਆ, ਅਗਲੇ ਦਿਨ ਹੋਰ ਮੰਨਿਆ। ਇੱਕ ਦਿਨ ਉਹ ਵੀ ਆਇਆ ਵੀ ਆਪਣੀ ਜ਼ਿੰਦਗੀ ਚੋਂ ਸਾਰੇ ਔਗਣ ਕੱਢ ਦਿੱਤੇ। ਉਹਨੇ ਮਸਤਕ ਦੇ ਲੇਖ ਆਪ ਬਣਾ ਲਏ ਨੇ ਭਾਈ, ਚੰਗੇ ਲੇਖ ਬਣਾ ਲਏ ਆ। ਜਿੱਦਾਂ ਕਹਿ ਲਈ ਵੀ ਬੱਚੇ ਜੇ ਪੜ੍ਹਾਈ ਕਰਦੇ ਆ, ਉਹ ਲੇਖ ਲਿਖ ਰਹੇ ਆ ਆਪਣੇ ਮਸਤਕ ਦੇ। ਜਿਹੜਾ ਤਾਂ ਪੂਰੀ ਪ੍ਰੋਪਰ ਧਿਆਨ ਦੇ ਕੇ ਪੜ੍ਹਾਈ ਕਰ ਰਿਹਾ ਹੈ, ਉਹਦਾ ਇੱਕ ਨਾ ਇੱਕ ਦਿਨ ਵਧੀਆ ਨੌਕਰੀਆਂ ਤੇ ਲੱਗ ਜਾਂਦਾ, ਕਿਰਦਾਰ ਦੇ ਵਿੱਚੋਂ ਉੱਚਾ ਹੋ ਜਾਂਦਾ ਹੈ, ਵਧੀਆ ਸਮਾਜ ਦੇ ਵਿੱਚ ਸ਼ੋਭਾ ਖੱਟ ਲੈਂਦਾ ਹੈ। ਪਰ ਇੱਕ ਉਹ ਵੀ ਹੋਵੇਗਾ ਜਿਹਨੇ ਟਾਈਮ ਪਾਸ ਕੀਤਾ ਹੈ, ਪਰ ਮੌਕਾ ਹੈ ਸੀ ਪਰ ਲਿਖਾਏ ਨਹੀਂ। ਮੌਕਾ ਸਾਡੇ ਕੋਲੇ ਹੁੰਦਾ ਮਸਤਕ ਚੰਗੇ ਲੇਖ ਲਿਖਾਉਣ ਦਾ, ਪਰ ਸਾਡੇ ਤੇ ਡਿਪੈਂਡ ਕਰਦਾ ਅਸੀਂ ਲਿਖਾ ਰਹੇ ਹਾਂ ਜਾਂ ਨਹੀਂ ਲਿਖਾ ਰਹੇ। ਸੋ ਆਓ ਸੱਚੇ ਪਾਤਸ਼ਾਹ ਕਿਰਪਾ ਕਰਨ। ਅਸੀਂ ਅੱਜ ਦੇ ਦਿਨ ਜੋ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਅਰਜਨ ਪਾਤਸ਼ਾਹ ਦੁਆਰਾ ਸੰਪਾਦਨਾ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੀਤਾ ਗਿਆ, ਆਪ ਸਰਬੱਤ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਸਭ ਤੋਂ ਵੱਡਾ ਸਤਿਕਾਰ ਇਹ ਸਾਡੇ, ਅਸੀਂ ਗੁਰਦੁਆਰਿਆਂ ਵਿੱਚ ਵੀ ਮਨਾ ਰਹੇ ਹਾਂ ਪ੍ਰਕਾਸ਼ ਦਿਹਾੜੇ, ਪਰ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੁਰਬਾਣੀ ਨੂੰ ਸਮਝਣਾ, ਉਹਨੂੰ ਆਪ ਪੜ੍ਹਨਾ। ਅਸੀਂ ਸਿਆਣੇ ਹੋ ਜਾਈਏ, ਸਾਡੀ ਜ਼ਿੰਦਗੀ ਚੋਂ ਕਰਮ ਕਾਂਡ ਮੁੱਕ ਜਾਣ। ਅਸੀਂ ਕਿਸੇ ਭੇਖੀ ਜਾਂ ਕਿਸੇ ਤੋਂ ਪੁੱਛ ਕੇ ਕੋਈ ਦਿਨ ਜਾਂ ਚੰਗਾ ਮਾੜਾ ਹੁੰਦਾ ਹੈ, ਇਹਨਾਂ ਵਿੱਚ ਨਾ ਫਸੀਏ। ਸਿਆਣਾ ਹੋਵੇ ਸਿੱਖ। ਇਸ ਕਰਕੇ ਆਓ, ਗੁਰੂ ਸਾਡਾ ਗਿਆਨਵਾਨ ਹੈ, ਸਿੱਖ ਅਗਿਆਨੀ ਨਾ ਰਹਿ ਜੇ। ਅਸੀਂ ਵੀ ਗਿਆਨਵਾਨ ਹੋ ਜਾਈਏ, ਸੁਚੇਤ ਹੋ ਜਾਈਏ, ਸਿਆਣੇ ਬਣ ਜਾਈਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਗਿਆਨ ਲੈ ਕੇ, ਸਮਝ ਲੈ ਕੇ, ਗੁਰਬਾਣੀ ਸਾਰੇ ਦਾ ਸਾਰਾ ਗਿਆਨ ਸਾਡੇ ਜੀਵਨ ਨੂੰ ਘੜਨ ਵਾਲਾ ਹੈ। ਆਓ ਸੱਚੇ ਪਾਤਸ਼ਾਹ ਨੂੰ ਇਹੀ ਸਜਦਾ ਹੈ। ਸਤਿਕਾਰ ਸਭ ਤੋਂ ਵੱਡਾ ਇਹੋ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਰ ਗੱਲ ਨੂੰ ਮੰਨਣੀ ਸ਼ੁਰੂ ਕਰ ਦਈਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।